ਛੇਵੇਂ ਪਾਤਸ਼ਾਹ ਦੇ ਦਰਬਾਰ ਦੀ ਇੱਕ ਘਟਨਾ ਹੈ। ਮੈਂ ਅਕਸਰ ਕਈ ਵਾਰੀ ਵੀ ਗੱਲ ਕਰਦਾ ਹੁੰਦਾ ਕਿ ਛੇਵੇਂ ਪਾਤਸ਼ਾਹ ਦੇ ਜੀਵਨ ਨੂੰ ਕਿਤੇ ਪੜ੍ਹੀਏ ਨਾ ਅਸੀਂ, ਤੇ ਬਹੁਤ ਜ਼ਿੰਦਗੀ ਦੇ ਜਿਹੜੇ ਔਖੇ ਸਵਾਲ ਨੇ ਉਹ ਛੇਵੇਂ ਪਾਤਸ਼ਾਹ ਨੇ ਇੰਨੇ ਸੌਖੇ ਤਰੀਕੇ ਦੇ ਨਾਲ ਸਮਝਾ ਦਿੱਤੇ ਹਨ ਕਿ ਆਮ ਇਨਸਾਨ ਜਿਹੜਾ ਕਦੀ ਸੋਚ ਵੀ ਨਹੀਂ ਸਕਦਾ। ਸਵਾਲ ਬੜੇ ਔਖੇ ਨੇ ਤੇ ਗੁਰੂ ਪਾਤਸ਼ਾਹ ਨੇ ਸਮਝਾ ਬੜੇ ਸੌਖੇ ਤਰੀਕੇ ਦੇ ਨਾਲ ਦਿੱਤੇ। ਪਾਤਸ਼ਾਹ ਬੈਠੇ ਦਰਬਾਰ ਦੇ ਵਿੱਚ, ਇੱਕ ਪੰਡਿਤ ਜੀ ਆ ਗਏ ਤੇ ਆ ਕੇ ਇੱਕ ਸਵਾਲ ਕਰਦੇ ਨੇ। ਕਹਿੰਦੇ ਨੇ ਕਿ ਪਾਤਸ਼ਾਹ, ਕੀ ਸੱਚਮੁੱਚ ਹੀ ਪਰਮਾਤਮਾ ਮਨੁੱਖ ਦੀ ਆਤਮਾ ਦੇ ਵਿੱਚ ਵਸਦਾ ਹੈ ਤੇ ਜਿਹੜੀ ਮਨੁੱਖ ਦੀ ਆਤਮਾ ਹੈ ਇਹ ਪਰਮਾਤਮਾ ਦਾ ਅੰਸ਼ ਹੈ? ਪਾਤਸ਼ਾਹ ਨੇ ਕਿਹਾ ਬਿਲਕੁਲ, ਜਿਹੜੀ ਆਤਮਾ ਹੈ ਇਹ ਪਰਮਾਤਮਾ ਦਾ ਅੰਸ਼ ਹੈ ਤੇ ਸੱਚਮੁੱਚ ਹਰ ਹਿਰਦੇ ਦੇ ਵਿੱਚ ਪਰਮਾਤਮਾ ਵਸਦਾ। ਅਸੀਂ ਪਾਵਨ ਗੁਰਬਾਣੀ ਵਿੱਚ ਪੜ੍ਹਦੇ ਵੀ ਹਾਂ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਕਹਿੰਦਾ ਨਹੀਂ ਪਾਤਸ਼ਾਹ ਸਮਝਾਓ ਕਿਵੇਂ? ਤੇ ਪਾਤਸ਼ਾਹ ਨੇ ਕਹਿ ਦਿੱਤਾ ਫਿਰ ਸ਼ਾਮ ਹੋ ਜਾਣ ਦੇ, ਫਿਰ ਆ ਜਾਵੇਂ। ਹੁਣ ਜਦੋਂ ਕੋਈ ਬੰਦਾ ਸਵਾਲ ਕਰੇ ਤੇ ਅੱਗੋਂ ਗੁਰਦੇਵ ਪਾਤਸ਼ਾਹ ਇਹ ਕਹਿ ਦੇਣ ਕਿ ਸ਼ਾਮ ਹੋ ਜਾਵੇ ਫਿਰ ਆਵੀਂ, ਤੇ ਕੁਦਰਤੀ ਮਨ ਦੇ ਅੰਦਰ ਇੱਕ ਐਕਸਾਈਟਮੈਂਟ, ਇੱਕ ਉਤਸੁਕਤਾ ਬੜੀ ਵੱਧ ਜਾਂਦੀ ਹੈ ਕਿ ਸ਼ਾਮ ਨੂੰ ਪਤਾ ਨਹੀਂ ਕੀ ਹੋਵੇਗਾ। ਸ਼ਾਮਾਂ ਪਈਆਂ, ਫਿਰ ਆ ਕੇ ਬਹਿ ਗਿਆ। ਪਾਤਸ਼ਾਹ ਹੁਣ ਮੈਨੂੰ ਸਵਾਲ ਦਾ ਜਵਾਬ ਦਿਓ, ਤੁਸੀਂ ਕਹਿੰਦੇ ਹੋ ਕਿ ਪਰਮਾਤਮਾ ਜਿਹੜਾ ਹੈ ਉਹ ਆਤਮਾ 'ਚ ਵਸਦਾ ਹੈ, ਤੇ ਫਿਰ ਨਜ਼ਰ ਕਿਉਂ ਨਹੀਂ ਆਉਂਦਾ? ਸ਼ਾਮਾਂ ਪੈ ਗਈਆਂ ਨੇ। ਪਾਤਸ਼ਾਹ ਕਹਿੰਦੇ ਥੋੜਾ ਜਿਹਾ ਹਨੇਰਾ ਹੋ ਲੈਣ ਦੇ, ਫਿਰ ਆ ਜਾ। ਫਿਰ ਬਾਹਰ ਚਲਾ ਗਿਆ, ਬਾਹਰ ਬਾਗ ਦੇ ਵਿੱਚ ਤੁਰਿਆ ਫਿਰਦਾ ਹੈ। ਫਿਰ ਜਦੋਂ ਥੋੜਾ ਜਿਹਾ ਹਨੇਰਾ ਹੋ ਗਿਆ, ਫਿਰ ਪਾਤਸ਼ਾਹ ਦੇ ਕੋਲ ਆ ਬੈਠਾ। ਪਾਤਸ਼ਾਹ, ਜਿਹੜਾ ਮੈਂ ਸਵਾਲ ਪੁੱਛਿਆ ਸੀ ਉਸ ਦਾ ਜਵਾਬ ਦੇ ਦਿਓ ਕਿ ਜੇਕਰ ਪਰਮਾਤਮਾ ਮਨੁੱਖ ਦੇ ਵਿੱਚ ਵਸਦਾ ਹੈ ਤੇ ਨਜ਼ਰ ਕਿਉਂ ਨਹੀਂ ਆਉਂਦਾ? ਤੇ ਪਾਤਸ਼ਾਹ ਕਹਿੰਦੇ ਨੇ ਥੋੜਾ ਜਿਹਾ ਹਨੇਰਾ ਹੋ ਲੈਣ ਦੇ, ਹੋਰ ਤਾਰੇ ਚੜ੍ਹ ਲੈਣ ਦੇ। ਫਿਰ ਬਾਹਰ ਚਲਾ ਗਿਆ, ਇੱਕ ਅੱਧਾ ਤਾਰਾ ਨਜ਼ਰ ਆਇਆ, ਫਿਰ ਅੰਦਰ ਭੱਜ ਕੇ ਆ ਗਿਆ। ਪਾਤਸ਼ਾਹ ਹੁਣ ਤੇ ਦੱਸ ਦਿਓ। ਤੇ ਪਾਤਸ਼ਾਹ ਕਹਿੰਦੇ ਚੰਦਰਮਾ ਚੜ੍ਹ ਲੈਣ ਦੇ। ਫਿਰ ਬਾਹਰ ਚੰਦਰਮਾ ਚੜਿਆ ਤੇ ਫਿਰ ਆ ਗਿਆ। ਤੇ ਪਾਤਸ਼ਾਹ ਕਹਿੰਦੇ ਆ ਫਿਰ ਤੈਨੂੰ ਮੈਂ ਦੱਸਦਾ। ਪਾਤਸ਼ਾਹ ਉਸ ਦੇ ਨਾਲ ਬਾਹਰ ਚਲੇ ਗਏ ਤੇ ਬਾਹਰ ਜਾ ਕੇ ਭਾਈ ਬਿਧੀ ਚੰਦ ਨੂੰ ਆਵਾਜ਼ ਮਾਰੀ। ਕਹਿੰਦੇ ਬਿਧੀ ਚੰਦ, 2 ਪਾਣੀ ਦੇ ਘੜੇ ਲੈ ਕੇ ਆਓ। ਬਿਧੀ ਚੰਦ 2 ਪਾਣੀ ਦੇ ਘੜੇ ਲੈ ਕੇ ਆਇਆ। ਪਾਤਸ਼ਾਹ ਨੇ ਦੋਵੇਂ ਘੜੇ ਰਖਾ ਦਿੱਤੇ ਤੇ ਉਹਨੂੰ ਪੰਡਤ ਜੀ ਨੂੰ ਕਿਹਾ, ਪੰਡਤ ਜੀ ਇੱਕ ਘੜੇ ਦੇ ਵਿੱਚ ਮਿੱਟੀ ਪਾ ਦਿਓ। ਉਹਨੇ ਮਿੱਟੀ ਪਾ ਦਿੱਤੀ। ਪਾਤਸ਼ਾਹ ਕਹਿੰਦੇ ਪੂਰੀ ਤਰ੍ਹਾਂ ਦੇ ਨਾਲ ਘੋਲ ਦਿਓ। ਉਸਨੇ ਘੋਲ ਦਿੱਤੀ। ਹੁਣ 2 ਘੜੇ ਸਾਹਮਣੇ ਪਏ ਨੇ ਤੇ ਪਾਤਸ਼ਾਹ ਉਸਨੂੰ ਇੱਕ ਸਵਾਲ ਕਰਦੇ ਨੇ। ਕਹਿੰਦੇ ਪੰਡਤ ਜੀ, ਪਹਿਲੇ ਘੜੇ ਦੇ ਵਿੱਚ ਵੇਖੋ ਜਿਸ ਤੁਸੀਂ ਮਿੱਟੀ ਪਾਈ ਹੈ, ਪਾਣੀ ਹੈ ਘੜੇ 'ਚ? ਕਹਿੰਦਾ ਹਾਂ। ਘੜਾ ਹੈ? ਹਾਂ। ਉੱਪਰ ਚੰਦਰਮਾ ਹੈ? ਬਿਲਕੁਲ ਹੈ। ਨਜ਼ਰ ਆ ਰਿਹਾ? ਕਹਿੰਦਾ ਨਹੀਂ। ਕਹਿੰਦੇ ਹੁਣ ਦੂਸਰੇ ਘੜੇ 'ਚ ਵੇਖੋ, ਚੰਦਰਮਾ ਹੈ? ਹਾਂ ਪਾਤਸ਼ਾਹ। ਘੜਾ ਹੈ? ਬਿਲਕੁਲ। ਪਾਣੀ ਹੈ? ਬਿਲਕੁਲ। ਨਜ਼ਰ ਆ ਰਿਹਾ ਨਾ? ਕਹਿੰਦਾ ਹਾਂ। ਪਾਤਸ਼ਾਹ ਕਹਿੰਦੇ ਕਿਉਂ ਨਜ਼ਰ ਆ ਰਿਹਾ? ਕਹਿੰਦਾ ਕਿਉਂਕਿ ਪਾਣੀ ਸਾਫ਼ ਹੈ। ਪਾਤਸ਼ਾਹ ਕਹਿੰਦੇ ਬਸ ਇਹੀ ਤੇਰੇ ਸਵਾਲ ਦਾ ਜਵਾਬ ਹੈ। ਪਰਮਾਤਮਾ ਤਾਂ ਹਰ ਹਿਰਦੇ 'ਚ ਵਸਦਾ ਹੈ, ਪਰ ਵਿਕਾਰਾਂ ਦੀ ਮਿੱਟੀ ਤੇ ਘੱਟਾ ਹੀ ਇੰਨਾ ਇਕੱਠਾ ਕਰ ਲਿਆ ਕਿ ਨਜ਼ਰ ਨਹੀਂ ਆ ਰਿਹਾ। ਇਹੀ ਤਾਂ ਤੇਰੇ ਸਵਾਲ ਦਾ ਜਵਾਬ। ਹੁਣ ਤੁਸੀਂ ਵੇਖੋ, ਸਵਾਲ ਬਹੁਤ ਔਖਾ ਹੈ। ਸਮਝਾਉਣਾ ਹੋਵੇ ਕਿਸੇ ਨੂੰ ਤਾਂ ਬਹੁਤ ਔਖਾ ਲੱਗਦਾ ਹੈ, ਪਰ ਕਿੰਨੀ ਸਹਿਜ ਦੇ ਵਿੱਚ ਸਮਝਾ ਦਿੱਤਾ ਪਾਤਸ਼ਾਹ ਨੇ। ਇੰਨੇ ਸਹਿਜ ਦੇ ਵਿੱਚ ਕਿ ਮੈਂ ਸੋਚਦਾ ਕਿ ਕਿਸੇ ਵੀ ਮਨੁੱਖ ਦੇ ਸਾਹਮਣੇ ਸਵਾਲ ਕੀਤਾ ਜਾਵੇ ਤੇ ਉਹ ਅੱਜ ਦੇ ਸਮੇਂ ਦੇ ਵਿੱਚ ਵੀ ਇਸ ਪ੍ਰਯੋਗਿਕ ਤਰੀਕੇ ਦੇ ਨਾਲ ਸਮਝਾ ਨਹੀਂ ਸਕਦਾ। ਪੰਡਤ ਨਿਤਿਆਨੰਦ ਗੁਰਦੇਵ ਪਾਤਸ਼ਾਹ ਦੇ ਕੋਲ ਆ ਗਿਆ। ਗਰੁੜ ਪੁਰਾਣ ਦੀ ਕਥਾ ਦੇ ਵਿੱਚ ਬੜਾ ਮਾਹਰ ਸੀ। ਅੱਜ ਜਿੰਨੀਆਂ ਵੀ ਸਾਨੂੰ ਮਰਨ ਤੋਂ ਬਾਅਦ ਦੀਆਂ ਬਿਮਾਰੀਆਂ ਚੰਬੜੀਆਂ ਨਾ, ਮੈਂ ਮਰਨ ਤੋਂ ਬਾਅਦ ਦੀਆਂ ਬਿਮਾਰੀਆਂ ਦੀ ਗੱਲ ਕੀਤੀ ਹੈ, ਇਹ ਜ਼ਿਆਦਾਤਰ ਗਰੁੜ ਪੁਰਾਣ ਦੀ ਦੇਣ ਹੈ। ਘਰ ਦੇ ਵਿੱਚ ਮੌਤ ਹੋ ਜਾਂਦੀ ਹੈ, ਸਾਡੀ ਰਹਿਤ ਮਰਿਆਦਾ ਕਹਿੰਦੀ ਹੈ ਕਿ ਅੰਤਮ ਅਰਦਾਸ ਤੋਂ ਬਾਅਦ ਕੁਛ ਨਹੀਂ ਕਰਨਾ, ਤੇ ਅਸੀਂ ਅੰਤਮ ਅਰਦਾਸ ਜਦੋਂ ਹੁੰਦੀ ਉਸੇ ਵੇਲੇ ਕਹਿਣਾ ਸ਼ੁਰੂ ਕਰ ਦਿੰਦੇ ਹਾਂ, ਜੀ ਵਰੀਣਾ ਵਰੀਣੇ ਤੇ ਜ਼ਰੂਰ ਆ ਜਾਓ। ਇਹ ਕਿੱਥੋਂ ਆ ਗਿਆ ਜੀ? ਸਾਡੀ ਤਾਂ ਰਸਮ ਨਹੀਂ ਸੀ।
ਸਾਡੀ ਤਾਂ ਰਹਿਤ ਮਰਿਆਦਾ ਦੇ ਵਿੱਚ ਵੀ ਨਹੀਂ ਲਿਖੀ। ਇਹ ਵਰੀੜਾ ਕਿੱਥੋਂ ਆ ਗਿਆ ਸਾਡੇ ਵਿੱਚ? ਇਹ ਤੁਹਾਡੇ 'ਚ ਗਰੁੜ ਪੁਰਾਣ ਦੇ ਵਿੱਚੋਂ ਆਇਆ। ਕਿਉਂਕਿ ਗਰੁੜ ਪੁਰਾਣ ਦੇ ਵਿੱਚ ਲਿਖਿਆ ਹੈ ਕਿ ਜਦੋਂ ਬੰਦਾ ਮਰ ਜਾਂਦਾ ਹੈ ਤੇ ਮਰਨ ਤੋਂ ਬਾਅਦ ਜਿਹੜੀ ਉਹਦੀ ਆਤਮਾ ਪਿੱਤਰ ਲੋਕ 'ਚ ਜਾਂਦੀ ਹੈ, ਤੇ ਜਦੋਂ ਆਤਮਾ ਪਿੱਤਰ ਲੋਕ ਦੇ ਵਿੱਚ ਜਾਂਦੀ ਹੈ ਤੇ ਆਤਮਾ ਦੇ ਪਿੱਤਰ ਲੋਕ 'ਚ ਜਾਣ ਤੋਂ ਬਾਅਦ ਪਿੱਤਰ ਲੋਕ ਦੇ ਦਰਵਾਜ਼ੇ 13 ਮਹੀਨੇ ਤੱਕ ਖੁੱਲੇ ਰਹਿੰਦੇ ਆ। ਇਹ ਚੰਦਰਮਾ ਦੇ ਮਹੀਨੇ 13 ਜੇ, ਸੂਰਜੀ ਮਹੀਨੇ 12 ਬਣਦੇ ਆ। ਇਸੇ ਕਰਕੇ ਸਾਡੇ ਕਹਿੰਦੇ ਨੇ ਜੀ ਸਾਲ ਤੋਂ ਪਹਿਲਾਂ ਵਰੀਣਾ ਕਰ ਲਓ, ਕਿਉਂਕਿ ਬਾਅਦ 'ਚ ਦਰਵਾਜ਼ੇ ਬੰਦ ਹੋ ਜਾਣਗੇ। ਕਹਿੰਦੇ ਕਿ ਉਹਦੇ ਪਿੱਤਰ ਲੋਕ ਦੇ ਦਰਵਾਜ਼ੇ ਜਿਹੜੇ ਨੇ ਉਹ ਖੁੱਲੇ ਰਹਿੰਦੇ ਨੇ, ਤੇ ਉਹਨਾਂ ਹੀ ਦਿਨਾਂ ਦੇ ਵਿੱਚ ਤੁਸੀਂ ਆਪਣੇ ਬਜ਼ੁਰਗਾਂ ਦੇ ਵਾਸਤੇ ਜੋ ਵੀ ਜੁੱਤੀ, ਬਰਤਨ, ਬਸਤਰ ਉੱਪਰ ਭੇਜਣਾ ਸਭ ਕੁਝ ਭੇਜ ਸਕਦੇ ਹੋ। ਉਸ ਤੋਂ ਬਾਅਦ ਦਰਵਾਜ਼ੇ ਬੰਦ ਹੋ ਜਾਂਦੇ ਨੇ ਤੇ ਫਿਰ ਖੁੱਲਦੇ ਨੇ ਅੱਸੂ ਦੇ ਮਹੀਨੇ ਕੁਝ ਦਿਨਾਂ ਵਾਸਤੇ, ਜਿਨ੍ਹਾਂ ਦਿਨਾਂ 'ਚ ਫਿਰ ਸ਼ਰਾਧ ਕੀਤੇ ਜਾਂਦੇ। ਇਹ ਰਸਮ ਸਾਡੀ ਉੱਥੋਂ ਹੀ ਆਈ ਤੇ ਸੱਚ ਜਾਣਿਓ, ਗੁਰਮਤਿ ਵਿਚਾਰਧਾਰਾ ਤਾਂ ਇਸ ਦੀ ਪ੍ਰਵਾਨਗੀ ਨਹੀਂ ਦਿੰਦੀ, ਨਾ ਹੀ ਸਾਡੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ। ਪਰ ਕਰਦੇ ਅਸੀਂ ਸਾਰੇ ਹੀ ਹਾਂ, ਜਿੰਨੇ ਵੀ ਆ ਨਾ, ਕਰਦੇ ਅਸੀਂ ਸਾਰੇ ਹੀ ਹਾਂ। ਅਸੀਂ ਮੁੱਕਰ ਨਹੀਂ ਸਕਦੇ, ਗੁਰੂ ਦੀ ਹਜ਼ੂਰੀ 'ਚ ਬੈਠੇ ਹਾਂ, ਅਸੀਂ ਸਾਰੇ ਇਹ ਕੁਝ ਕਰਦੇ ਹਾਂ। ਅਸੀਂ ਵੀ ਜੁੱਤੀ, ਬਰਤਨ, ਬਸਤਰ ਸਭ ਕੁਝ ਦਿੰਦੇ ਆ। ਇਹ ਗੱਲ ਵੱਖਰੀ ਹੈ ਕਿ ਅਸੀਂ ਸਰਾਧ ਦਾ ਸਿੱਖਾਂ ਵਾਲਾ ਰੂਪ ਕਰ ਦਿੱਤਾ। ਅਸੀਂ ਕਹਿੰਦੇ ਹਾਂ ਕਿ ਤੁਸੀਂ ਗਰੁੜ ਪੁਰਾਣ ਦਾ ਪੜ੍ਹ ਕੇ ਕਰਦੇ ਹੋ, ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਵਾ ਲੈਂਦੇ। ਹੈ ਤਾਂ ਉਹੀ ਬ੍ਰਾਹਮਣਵਾਦ ਸਾਡੇ ਵਿੱਚ, ਨਿਕਲਿਆ ਤੇ ਨਹੀਂ ਅਜੇ, ਬਿਲਕੁਲ ਨਹੀਂ ਨਿਕਲਿਆ। ਉਹ ਪੰਡਿਤ ਨਿਤਿਆਨੰਦ 6ਵੇਂ ਪਾਤਸ਼ਾਹ ਦੇ ਕੋਲ ਆ ਗਿਆ। ਬੜੀਆਂ ਚੀਜ਼ਾਂ ਨੇ ਵੈਸੇ, ਅਸੀਂ ਬਾਹਰ, ਮੈਂ ਇੱਕ ਗੱਲ ਤੋਂ ਹੈਰਾਨ ਹੋ ਜਾਂਦਾ, ਅਸੀਂ ਬਾਹਰੀ ਧਰਮਾਂ 'ਚੋਂ ਲਿਆ ਬਹੁਤ ਹੈ, ਬਹੁਤ ਕੁਛ, ਜੋ ਵੀ ਸਾਨੂੰ ਜਿੱਥੋਂ ਜੋ ਵੀ ਚੰਗਾ ਲੱਗਾ ਨਾ, ਅਸੀਂ ਉਹੋ ਹੀ ਆਪਣੇ ਧਰਮ ਦਾ ਹਿੱਸਾ ਬਣਾ ਲਿਆ। ਮੈਂ ਸ਼ਾਇਦ ਪਿਛਲੀ ਵਾਰੀ ਵੀ ਗੱਲ ਸਾਂਝੀ ਕੀਤੀ ਸੀ, ਮੇਰੇ ਪਿਤਾ ਦੀ ਮੌਤ ਹੋ ਗਈ। ਜਦੋਂ ਲਾਸ਼ ਘਰ ਰੱਖੀ ਸੀ ਤੇ ਸਾਡੇ ਗੁਆਂਢ ਦੇ ਵਿੱਚੋਂ ਇੱਕ ਸਿਆਣੀ ਬਜ਼ੁਰਗ ਬੀਬੀ ਆਈ, ਕਹਿੰਦੀ ਪੁੱਤ ਕਾਨਾ ਨਹੀਂ ਰੱਖਿਆ ਲੱਗ ਗਿਆ। ਪਤਾ ਨਹੀਂ ਇੱਥੇ ਤੁਹਾਡੇ ਰੱਖਦੇ ਕਿ ਨਹੀਂ ਰੱਖਦੇ, ਸਾਡੇ ਪਿੰਡਾਂ ਰੱਖਦੇ ਇੱਥੇ ਜੀ। ਕਹਿੰਦੇ ਕਾਨਾ ਨਹੀਂ ਰੱਖਿਆ। ਮੈਂ ਕਿਹਾ ਨਹੀਂ ਜੀ, ਅਸੀਂ ਮੁਸਲਮਾਨ ਨਹੀਂ ਹੈਗੇ। ਕਹਿੰਦੀ ਇਹ 'ਚ ਮੁਸਲਮਾਨਾਂ ਵਾਲੀ ਕਿਹੜੀ ਗੱਲ ਆ, ਕਾਨਾ ਜ਼ਰੂਰ ਰੱਖੀਦਾ ਮਰੇ ਬੰਦੇ ਦੇ ਲਾਗੇ। ਮੈਂ ਕਿਹਾ ਨਹੀਂ, ਤੇ ਕਹਿੰਦੀ ਨਹੀਂ ਤੇ ਲਾਸ਼ ਲੰਬੀ ਹੋ ਜਾਂਦੀ ਹੈ। ਬੜੀ ਹੈਰਾਨਗੀ ਦੀ ਗੱਲ ਹੈ। ਸਾਰਾ ਦਿਨ ਰਾਤ ਸੜਕਾਂ ਤੇ ਵੇਖੀ ਤਾਂ ਐਕਸੀਡੈਂਟ ਹੋਏ ਹੁੰਦੇ ਨੇ, ਲਾਸ਼ਾਂ ਪਈਆਂ ਹੁੰਦੀਆਂ, ਕੋਈ ਲਾਸ਼ ਲੰਮੀ ਨਹੀਂ ਹੁੰਦੀ। ਜਿਹੜਾ ਬੰਦਾ ਜਿਉਂਦਿਆਂ ਜਿੰਨਾ ਕੁ ਕੱਦ ਵਧਣਾ ਸੀ ਵੱਧ ਗਿਆ, ਮਰਨ ਤੋਂ ਬਾਅਦ ਕਿੰਨਾ ਕੁ ਵੱਧ ਜਾਣਾ। ਖੈਰ, ਮੈਨੂੰ ਫਿਰ ਕਹਿੰਦੀ ਨਹੀਂ ਪੁੱਤ, ਲਾਸ਼ ਦੇ ਲਾਗੇ ਕਾਨਾ ਜ਼ਰੂਰ ਰੱਖੀਦਾ। ਮੈਂ ਫਿਰ ਜਵਾਬ ਉਹੀ ਦਿੱਤਾ, ਮੈਂ ਕਿਹਾ ਅਸੀਂ ਮੁਸਲਮਾਨ ਨਹੀਂ। ਕਹਿੰਦੀ ਇਹ 'ਚ ਮੁਸਲਮਾਨਾਂ ਵਾਲੀ ਕਿਹੜੀ ਗੱਲ ਹੈ। ਮੈਂ ਉਹਨੂੰ ਸਮਝਾਇਆ ਵੀ ਇਹ ਤਾਂ ਉਹਨਾਂ ਦੀ ਲੋੜ ਸੀ ਵਿਚਾਰਿਆਂ ਦੀ, ਕਿ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਸੀ, ਮਰਨ ਵਾਲੇ ਵਿਅਕਤੀ ਦੇ ਕੱਦ ਦੇ ਨਾਲ ਕਾਨਾ ਮਿਣ ਕੇ ਰੱਖ ਦਿੰਦੇ ਸੀ, ਤੇ ਜਿਨ੍ਹਾਂ ਨੇ ਕਬਰ ਪੁੱਟਣੀ ਹੁੰਦੀ ਸੀ ਉਹ ਕਬਰਸਤਾਨ 'ਚੋਂ ਕਾਨਾ ਚੁੱਕ ਕੇ ਲੈ ਜਾਂਦੇ ਸੀ ਵੀ ਉਸ ਕਬਰ ਦੇ ਕੱਦ ਦੇ ਬਰਾਬਰ ਦੀ ਕਬਰ ਪੁੱਟੀ ਜਾਵੇ। ਇਹ ਨਾ ਹੋਵੇ ਜਦੋਂ ਬਾਪੂ ਉੱਥੇ ਲੈ ਕੇ ਜਾਈਏ ਕਬਰ ਛੋਟੀ ਹੋਵੇ ਤੇ ਬਾਪੂ ਲੰਮਾ ਹੋਵੇ, ਵਿੱਚ ਹੀ ਨਾ ਹੋਵੇ। ਅਸੀਂ ਪਤਾ ਨਹੀਂ ਕਿੱਥੋਂ ਮਾਮਲਾ ਇਕੱਠਾ ਕਰੀ ਜਾਂਦੇ। ਹੈਰਾਨਗੀ ਦੀ ਗੱਲ ਹੈ ਕਿ ਪਤਾ ਹੀ ਨਹੀਂ ਅਸੀਂ ਕਿਹੜੀਆਂ ਕਿਹੜੀਆਂ ਰਸਮਾਂ ਜਿਹੜੀਆਂ ਨੇ ਕਿਹੜੇ ਕਿਹੜੇ ਧਰਮਾਂ 'ਚੋਂ ਲੈ ਕੇ ਆਪੇ ਆਪਣੇ ਨਾਲ ਜੋੜੀ ਜਾ ਰਹੇ, ਜਿਨ੍ਹਾਂ ਦਾ ਸਾਡੇ ਨਾਲ ਸੰਬੰਧ ਹੀ ਕੋਈ ਨਹੀਂ। ਕੁਝ ਤੇ ਐਸੀਆਂ ਨੇ ਜਿਹੜੀਆਂ ਸਮੇਂ ਦੇ ਨਾਲ ਬਣਾਈਆਂ ਗਈਆਂ, ਉਹਨਾਂ ਦੀਆਂ ਵਕਤੀ ਲੋੜਾਂ ਸੀ, ਉਹ ਵੀ ਅਸੀਂ ਧਰਮ ਦੇ ਨਾਲ ਜੋੜ ਦਿੱਤੀਆਂ।